परम सन्मानयोग देश ਅਤੇ विदेश ਵਿੱਚ ਵਸਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਦਾਸ ਦੋਵੇਂ ਹੱਥ ਜੋੜ ਕੇ ਸਿਨਮਰ ਗੁਰਫਤਿਹ ਅਰਜ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਕੁਝ ਵਿਅਕਤੀਆਂ ਵੱਲੋਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੂਲ ਸਰੂਪ ਜੋ ਬਾਣੀ ਹੈ, ਜੋ ਉਹਨਾਂ ਦੀ ਰਚਨਾ ਹੈ, ਉਸ ਬਾਬਤ ਕਈ ਤਰ੍ਹਾਂ ਦਾ ਪ੍ਰਾਪੇ ਕੰਡਾ ਕੀਤਾ ਜਾ ਰਿਹਾ ਹੈ। ਮੈਂ ਸੰਗਤਾਂ ਨੂੰ ਇਹ ਬੇਨਤੀ ਕਰ ਦੇਣੀ ਚਾਹੁੰਦਾ ਕਿ ਦਸਮੇਸ਼ ਪਿਤਾ ਜੀ ਨੇ ਜੋ ਦਸਮ ਦੀ ਬਾਣੀ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸਥਾਨਾਂ 'ਤੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਦੀਨਾ ਕਾਂਗੜ ਗੁਰਦੁਆਰਾ, ਸ੍ਰੀ ਜਫਰਨਾਮਾ ਸਾਹਿਬ, ਵਿਭੌਰ ਸਾਹਿਬ, ਇਹਨਾਂ ਸਥਾਨਾਂ 'ਤੇ ਜੋ ਦਸਮ ਦੀ ਬਾਣੀ ਉਚਾਰਨ ਕੀਤੀ ਸੀ, ਉਹ ਸਾਰੀ ਬਾਣੀ ਦਾ ਅਮਰ ਸ਼ਹੀਦ ਧੰਨ ਧੰਨ ਭਾਈ ਮਨੀ ਸਿੰਘ ਜੀ ਔਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਆਰਾ ਉਸ ਬਾਣੀ ਦੇ ਸਰੂਪ ਜੋ ਸਨ ਆਪ ਹੱਥੀਂ ਲਿਖ ਕੇ ਸਿੱਖ ਸੰਗਤਾਂ ਦੇ ਵਿੱਚ ਉਸ ਗੁਰਬਾਣੀ ਦੇ ਸਰੂਪਾਂ ਦੇ ਰਾਹੀਂ ਸੰਗਤਾਂ ਨੂੰ ਦਸਮੇਸ਼ ਪਿਤਾ ਜੀ ਦੀ ਰਚਨਾ ਦੇ ਨਾਲ ਜੋੜਨਾ ਕੀਤਾ। ਅੱਜ ਕੁਛ ਲੋਕ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਤੋਂ ਬਾਹਰਲੀ ਜੋ ਰਚਨਾਵਾਂ ਹਨ ਉਹਨਾਂ ਨੂੰ ਦਸਮੇਸ਼ ਪਿਤਾ ਜੀ ਦੀਆਂ ਰਚਨਾਵਾਂ ਸਿੱਧ ਕਰਨ ਦਾ ਯਤਨ ਕਰ ਰਹੇ ਹੈ। ਮੈਂ ਮੂਲ ਰੂਪ ਦੇ ਵਿੱਚ ਆਪ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਦਸਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁੱਖ ਉਹਨਾਂ ਦੀ ਪਾਵਨ ਰਚਨਾ, ਉਹਨਾਂ ਦੀ ਪਾਵਨ ਮੁਖਾਰਬਿੰਦ ਤੋਂ ਬਾਣੀ ਹੈ, ਉਸ ਦਾ ਜਿਹੜਾ ਵੇਰਵਾ ਉਹ ਇਸ ਪ੍ਰਕਾਰ ਹੈ ਔਰ ਜਿਸ ਦੀ ਸਾਰੀ ਨੰਬਰਵਾਰ ਨੰਬਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਾਰੀ ਬਾਣੀ ਸ਼ਾਮਲ ਕੀਤੀ ਹੋਈ ਹੈ। ਪਹਿਲੀ ਬਾਣੀ ਸ੍ਰੀ ਜਾਪ ਸਾਹਿਬ, ਦੂਸਰੀ ਸ੍ਰੀ ਅਕਾਲ ਉਸਤਤ ਸਾਹਿਬ ਜਿਸ ਦਾ ਨਾਮ ਉਤਾਰ ਖਾਦਸੇ ਦਸਖਤ ਕਾ ਪਾਤਸ਼ਾਹੀ ਦਸਵੀਂ। ਇਸ ਤੋਂ ਅੱਗੇ ਵਿਚਿੱਤਰ ਨਾਟ ਗ੍ਰੰਥ ਲਿਖਿਆ ਤੇ ਅੱਠ ਚੰਡੀ ਚਰਿੱਤਰ ਉਕਤ ਬਿਲਾਸ, ਅੱਠ ਚੰਡੀ ਚਰਿੱਤਰ ਲਿਖਿਆ ਤੇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਅੱਠ ਗਿਆਨ ਪ੍ਰਬੋਧ ਗ੍ਰੰਥ ਲਿਖਿਆ ਤੇ ਅੱਠ 24 ਅਵਤਾਰ, ਅੱਠ 20ਵਾਂ ਰਾਮ ਅਵਤਾਰ ਕਥਨੰ, ਅੱਠ ਕ੍ਰਿਸ਼ਨਾ ਅਵਤਾਰ 21ਵਾਂ ਅਵਤਾਰ ਕਥਨੰ, 12 ਮਹਾ, ਅੱਠ ਖੜਗ ਸਿੰਘ ਯੁੱਧ ਕਥਨੰ, ਅੱਠ ਨਰ ਅਵਤਾਰ ਕਥਨੰ, ਅੱਠ ਨਿਹ ਕਲੰਕੀ 24ਵਾਂ ਅਵਤਾਰ ਕਥਨੰ, ਅੱਠ ਬ੍ਰਹਮਾ ਅਵਤਾਰ ਕਥਨੰ, ਅੱਠ ਰੁਦਰ ਅਵਤਾਰ ਕਥਨੰ, ਅੱਠ ਪਾਰਸਨਾਥ ਰੁਦਰ ਅਵਤਾਰ ਕਥਨੰ, ਰਾਮ ਕਲੀ ਪਾਤਸ਼ਾਹੀ ਦਸਵੀਂ, ਸ੍ਰੀ ਮੁਖਵਾਗ ਸਵਈਆ ਪਾਤਸ਼ਾਹੀ ਦਸਵੀਂ, ਸਵਈਆ ਪਾਤਸ਼ਾਹੀ ਦਸਵੀਂ। ਔਰ ਇਸੇ ਹੀ ਤਰ੍ਹਾਂ ਅੱਠ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਣ ਲਿਖਿਆ ਤੇ ਅੱਠ ਪਖਿਆਨ ਚਰਿੱਤਰ ਲਿਖਿਆ ਤੇ ਜਫਰਨਾਮਾ ਹੈ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ। ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੂਲ ਸਰੂਪ ਦੇ ਵਿੱਚ ਬਾਣੀ ਔਰ ਰਚਨਾ ਹੈ, ਜਿਸ ਦਾ ਸਾਰਾ ਸੰਕਲਨ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਆਰਾ ਕੀਤਾ ਗਿਆ ਔਰ ਜਿਸ ਦੇ ਸਰੂਪ ਉਹਨਾਂ ਨੇ ਆਪਣੇ ਹਸਤ ਕਮਲਾਂ ਦੁਆਰਾ ਆਪ ਹੱਥੀਂ ਲਿਖੇ ਔਰ ਸੰਗਤਾਂ ਦੇ ਵਿੱਚ ਦਸਮੇਸ਼ ਪਿਤਾ ਜੀ ਦੀ ਬਾਣੀ ਦੇ ਸ਼ੁੱਧ ਉਚਾਰਨ ਦੇ ਔਰ ਅਰਥਾਂ ਦੇ ਪ੍ਰਚਾਰ ਪ੍ਰਸਾਰ ਦਾ ਆਪ ਜੀ ਨੇ ਬਹੁਤ ਵੱਡਾ ਘਾਲਣਾ ਭਰਪੂਰ ਕਾਰਜ ਕੀਤਾ। ਮੈਂ ਆਪ ਸੰਗਤਾਂ ਦੀ ਜਾਣਕਾਰੀ ਹਿੱਤ ਦੱਸਣਾ ਚਾਹੁੰਦਾ ਹਾਂ ਕਿ 1897 ਈਸਵੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਇੱਕ ਪੰਥ ਦੀ ਸਰਪ੍ਰਵਾਨਿਤ ਸੋਧਕ ਕਮੇਟੀ ਨੇ ਕਈ ਸਾਲਾਂ ਦੀ ਮਿਹਨਤ ਮੁਸ਼ੱਕਤ ਦੇ ਨਾਲ ਇਹ ਕਾਰਜ ਬੜੇ ਵਿਖੜੇ ਸਮੇਂ ਦੇ ਵਿੱਚ ਉਹਨਾਂ ਨੇ ਉਦੋਂ ਕੀਤਾ ਜਦੋਂ ਕਿ ਕੁਝ ਲੋਕਾਂ ਵੱਲੋਂ ਦਸਮ ਦੀਆਂ ਬਾਣੀਆਂ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਸਨ ਤੇ ਵੱਖ-ਵੱਖ ਤਰ੍ਹਾਂ ਦੇ ਮਤਭੇਦ ਪੈਦਾ ਕੀਤੇ ਜਾ ਰਹੇ ਸਨ। ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ 32 ਸਰੂਪ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਅਤੇ ਹੋਰ ਉਤਾਰੇ ਵੀ ਉਹਨਾਂ ਨੇ ਮੱਦੇ ਨਜ਼ਰ ਅੱਗੇ ਪ੍ਰਕਾਸ਼ ਕਰਕੇ ਰੱਖ ਕੇ ਸਾਰੀ ਜੋ ਸੁਧਾਈ ਕੀਤੀ ਔਰ ਉਹ ਸਰੂਪ ਸਰਬ ਪ੍ਰਵਾਨਿਤ ਜੋ ਪੰਥ ਦੇ ਵਿੱਚ ਸਭ ਤੋਂ ਪਹਿਲਾਂ ਸਰੂਪ ਦੀ ਛਾਪੇਖਾਨੇ ਦੇ ਅੰਦਰ ਛਪਵਾਈ ਕਰਵਾਈ ਗਈ, ਕਿਉਂਕਿ ਉਸ ਤੋਂ ਪਹਿਲਾਂ ਦਸਮ ਦੀਆਂ ਬੀੜਾਂ ਦਸਮ ਦੇ ਸਰੂਪ ਹਸਤ ਲਿਖਤ ਰੂਪ ਦੇ ਵਿੱਚ ਮਿਲਦੇ ਸਨ ਤੇ ਛਾਪਿਆਂ ਦੁਆਰਾ ਜੋ
ਦਸਮ ਦੇ ਸਰੂਪ ਛਪਵਾਏ ਗਏ, ਉਹ ਸਭ ਤੋਂ ਪਹਿਲਾਂ ਸੋਧਕ ਕਮੇਟੀ ਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਹੀ ਇਹ ਸਾਰਾ ਕਾਰਜ ਹੋਇਆ। ਔਰ ਉਹ ਜਿਹੜੇ ਸਰੂਪ ਸਨ, ਉਹਨਾਂ ਸਰੂਪਾਂ ਦੇ ਜਿਹੜੇ ਭਾਗ ਹੈ ਉਹਨਾਂ ਦੇ ਆਪ ਜੀ ਨੂੰ ਦਰਸ਼ਨ ਕਰਾਏ ਜਾ ਰਹੇ ਹੈ। ਜੋ ਸੋਧਕ ਕਮੇਟੀ ਵੱਲੋਂ ਪਹਿਲੇ ਸਰੂਪ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਛਾਪੇਖਾਨੇ ਦੇ ਅੰਦਰ ਛਪਵਾਏ ਗਏ, ਉਹਨਾਂ ਦੇ ਆਪ ਜੀ ਨੂੰ ਦਰਸ਼ਨ ਕਰਵਾਏ ਜਾ ਰਹੇ ਹੈ। ਸੋ ਸਾਧ ਸੰਗਤ ਜੀ, ਇਹਨਾਂ ਪਾਵਨ ਸਾਧ ਸੰਗਤ ਜੀ, ਇਹ ਦਸਮ ਦੀ ਬਾਣੀ ਦੀ ਪਹਿਲੀ ਸੈਂਚੀ ਆਪ ਜੀ ਨੂੰ ਜਿਸ ਦੇ ਦਰਸ਼ਨ ਕਰਵਾਏ ਜਾ ਰਹੇ ਹੈ। ਔਰ ਇਹ ਸੈਂਚੀਆਂ ਦਮਦਮੀ ਟਕਸਾਲ ਦੇ ਵਿੱਚ ਪੁਰਾਤਨ ਸਮੇਂ ਤੋਂ ਅੱਜ ਵੀ ਮੌਜੂਦ ਹਨ। ਜੇ ਕੋਈ ਸਿੰਘ ਜਾਂ ਵਿਦਵਾਨ ਦਰਸ਼ਨ ਕਰਨੇ ਚਾਹੁੰਦਾ ਹੈ ਜਾਂ ਕੋਈ ਵਿਚਾਰ ਕਰਨੀ ਚਾਹੁੰਦਾ ਹੈ, ਉਹ ਆ ਕਰਕੇ ਇਹਨਾਂ ਦੀ ਵਿਚਾਰ ਕਰੋ, ਕਿਉਂਕਿ ਇਹ ਜੋ ਸੈਂਚੀਆਂ ਹਨ ਇਹ ਕਿਸ ਵਕਤ ਇਹਨਾਂ ਦੀ ਸੁਧਾਈ ਹੋਈ। ਦਮਦਮੀ ਟਕਸਾਲ ਦੇ 11ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਮੇਂ ਜਿਨ੍ਹਾਂ ਸਿੰਘਾਂ ਨੂੰ ਦਸਮ ਬਾਣੀ ਦੀ ਸੰਥਿਆ ਅਤੇ ਦਸਮ ਦੇ ਅਰਥ ਪੜ੍ਹਾਏ ਜਾਂਦੇ ਸਨ, ਉਹਨਾਂ ਸਿੰਘਾਂ ਦੁਆਰਾ ਔਰ ਉਸ ਤੋਂ ਉਪਰੰਤ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹਨਾਂ ਸੈਂਚੀਆਂ ਨੂੰ ਹੀ ਆਪਣੇ ਮੁਖਾਰਬਿੰਦ ਤੋਂ ਸਾਰੀ ਦਸਮ ਬਾਣੀ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਔਰ ਇਹਨਾਂ ਸੈਂਚੀਆਂ ਦੀ ਸੁਧਾਈ ਕਰਵਾਈ ਔਰ ਇਹਨਾਂ ਸੈਂਚੀਆਂ ਦੁਆਰਾ ਹੀ ਸਿੰਘਾਂ ਨੂੰ ਸੰਥਿਆ ਕਰਵਾਉਂਦੇ ਰਹੇ। ਇਹਨਾਂ ਸੈਂਚੀਆਂ ਦੇ ਨਾਲ ਹੀ ਹੋਰ ਸਿੰਘਾਂ ਨੇ ਵੀ ਦਸਮ ਦੀ ਬਾਣੀ ਦੀ ਸੁਧਾਈ ਕੀਤੀ ਹੈ। ਹੋਰ ਵੀ ਜਥੇ ਦੇ ਵਿੱਚ ਬਹੁਤ ਸਿੰਘ ਸਨ ਪੁਰਾਤਨ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਸਮੇਂ ਦਸਮ ਦੀ ਬਾਣੀ ਦੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸੰਥਿਆ ਕੀਤੀ, ਅਰਥਾਂ ਦੀ ਵਿਚਾਰ ਕੀਤੀ ਔਰ ਦਸਮ ਦੀ ਬਾਣੀ ਦੇ ਭਾਗਾਂ ਦੀ ਸੁਧਾਈ ਕੀਤੀ। ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਇਹ ਸੈਂਚੀਆਂ ਵੀ ਉਸ ਸਮੇਂ ਦੀਆਂ ਔਰ ਜਿਨ੍ਹਾਂ ਸਿੰਘਾਂ ਕੋਲੇ ਅੱਜ ਵੀ ਪੁਰਾਣੇ ਸਿੰਘ ਮੌਜੂਦ ਹੈ, ਉਹਨਾਂ ਕੋਲੇ ਵੀ ਉਸ ਸਮੇਂ ਦੀਆਂ ਸੁਧਾਈ ਕੀਤੀਆਂ ਹੋਈਆਂ ਦਸਮ ਬਾਣੀ ਦੀਆਂ ਸੈਂਚੀਆਂ ਅਤੇ ਅਰਥ ਅੱਜ ਵੀ ਮੌਜੂਦ ਹਨ। ਪਰ ਇਹ ਸੈਂਚੀਆਂ ਉਸੇ ਸੋਧਕ ਕਮੇਟੀ ਵੱਲੋਂ ਜਿਹੜੇ ਸਰੂਪ ਛਾਪੇ ਗਏ ਉਹਦੇ ਆਧਾਰ 'ਤੇ ਹੀ ਇਹ ਭਾਗ ਜਿਹੜੇ ਆ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਹਿਲਾ ਔਰ ਦੂਸਰਾ ਇਹ ਛਾਪੇ ਗਏ ਹੈ। ਦੂਸਰਾ ਮੂਲ ਸਰੋਤ ਸਾਡੇ ਕੋਲੇ ਤਖਤ ਸ੍ਰੀ ਹਜ਼ੂਰ ਸਾਹਿਬ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਪਾਵਨ ਪੰਜ ਪਿਆਰੇ ਸਹਿਬਾਨਾਂ ਨੇ, ਜਿਨ੍ਹਾਂ ਨੇ ਬੜੀ ਮਿਹਨਤ ਮਸ਼ੱਕਤ ਦੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੁਧਾਈ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਵੱਲੋਂ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਹੋਈ। ਸੰਮਤ ਨਾਨਕ ਸ਼ਾਹੀ 551, ਸੰਮਤ ਸਨ 219 ਈਸਵੀ ਦੇ ਵਿੱਚ। ਔਰ ਇਹਦੇ ਵਿੱਚ ਵੀ ਤੁਸੀਂ ਦਰਸ਼ਨ ਕਰੋ, ਜੋ ਦਾਸ ਨੇ ਪਹਿਲਾਂ ਲਿਸਟ ਆਪ ਸੰਗਤਾਂ ਨੂੰ ਪੜ੍ਹ ਕੇ ਸੁਣਾਈ ਹੈ, ਉਹੀ ਸਾਰੀ ਇਸ ਦਸਮ ਦੀਆਂ ਸੈਂਚੀਆਂ ਦੇ ਅੰਦਰ ਸਾਰਾ ਜ਼ਿਕਰ ਕੀਤਾ ਹੋਇਆ। ਇਹ ਪਹਿਲਾ ਭਾਗ ਹੈ। ਇਹ ਦੂਸਰਾ ਭਾਗ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਤਖਤ ਹਜ਼ੂਰ ਸਾਹਿਬ ਜੀ ਵੱਲੋਂ ਛਾਪੇ ਹੋਏ ਹੈ। ਔਰ ਇਹ ਵੀ ਮੈਂ ਨਾਲ ਜ਼ਿਕਰ ਕਰਦੇ ਹਾਂ ਕਿ ਕੁਝ ਸਰੂਪਾਂ ਦੇ ਵਿੱਚ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾਨੈ, ਇਹ ਸਵਈਆ ਨਹੀਂ ਮਿਲਦਾ ਸੀ। ਪਰ ਇਹ ਸਵਈਏ ਪਹਿਲੇ ਭਾਗਾਂ ਵਿੱਚ ਵੀ ਜੋ ਮਹਾਂਪੁਰਖਾਂ ਨੇ ਸੁਧਾਈ ਕਰਾਈ, ਉਹਨਾਂ ਨੇ ਆਪ ਸ਼ਾਮਲ ਕਰਾਇਆ ਤਖਤ ਹਜ਼ੂਰ ਸਾਹਿਬ ਜੀ ਦੇ ਪੰਜ ਪਿਆਰੇ ਸਹਿਬਾਨਾਂ ਵੱਲੋਂ। ਔਰ ਉੱਥੋਂ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਰਹਿਨਮਾਈ ਹੇਠ ਇਹਨਾਂ ਪੋਥੀਆਂ ਦੀ ਬੜੀ ਲਗਨ ਔਰ ਮਿਹਨਤ ਨਾਲ ਬਹੁਤ ਲੰਮਾ ਸਮਾਂ ਲਾ ਕੇ ਸੁਧਾਈ ਕੀਤੀ ਗਈ। ਔਰ ਇਸੇ ਆਧਾਰ 'ਤੇ ਉਹਨਾਂ ਵੱਲੋਂ ਦਸਮ ਬਾਣੀ ਦੇ ਸਰੂਪ ਛਾਪੇ ਗਏ। ਉਹਨਾਂ ਨੇ ਵੀ ਉਹ ਸਵਈਆ ਇਹਨਾਂ ਸੈਂਚੀਆਂ ਦੇ ਵਿੱਚ, ਇਹਨਾਂ ਭਾਗਾਂ ਵਿੱਚ ਸ਼ਾਮਲ ਕੀਤਾ। ਤੀਸਰਾ ਪ੍ਰਮਾਣ ਹੈ ਦਮਦਮੀ ਟਕਸਾਲ ਵੱਲੋਂ ਜੋ ਪੋਥੀਆਂ ਛਾਪੀਆਂ ਗਈਆਂ। ਦਮਦਮੀ ਟਕਸਾਲ ਵੱਲੋਂ ਜਿਨ੍ਹਾਂ ਪੋਥੀਆਂ ਦਾ ਪ੍ਰਕਾਸ਼ਨ ਕਰਵਾਇਆ ਗਿਆ, ਉਹਦੇ ਵੀ ਦਾਸ ਤੁਹਾਨੂੰ ਦਰਸ਼ਨ ਕਰਵਾ ਰਿਹਾ ਹੈ।
ਔਰ ਚੰਗੀ ਤਰ੍ਹਾਂ ਸਾਰੇ ਗੁਰਸਿੱਖ ਸੰਗਤਾਂ ਇਹਨਾਂ ਪੋਥੀਆਂ ਦੇ ਆਪ ਦਰਸ਼ਨ ਕਰ ਸਕਦੇ ਹੋ। ਇਸ ਲਈ ਇਹ ਦੂਸਰੀ ਸੈਂਚੀ ਦੂਸਰਾ ਭਾਗ ਦਸਮ ਬਾਣੀ ਦਾ ਹੈ। ਇਸ ਕਰਕੇ ਇਹਨਾਂ ਪੋਥੀਆਂ ਦੇ ਦਰਸ਼ਨ ਕਰਾਉਣ ਦਾ ਇੱਕੋ ਇੱਕ ਮੇਰਾ ਮੁੱਖ ਮਨੋਰਥ ਹੈ ਕਿ ਅੱਜ ਇੱਕ ਵਾਵੇਲਾ ਖੜਾ ਕੀਤਾ ਜਾ ਰਿਹਾ ਔਰ ਇਹਦੇ ਪਿੱਛੇ ਬੜੀਆਂ ਵੱਡੀਆਂ ਸਾਜ਼ਿਸ਼ਾਂ ਵੀ ਹੋ ਸਕਦੀਆਂ ਕਿ ਦਸਮ ਪਿਤਾ ਜੀ ਦੀ ਬਾਣੀ ਬ੍ਰਹਮ ਕਵਚ ਵੀ ਉਹਨਾਂ ਦੀ ਬਾਣੀ ਹੈ, ਉਗਰਦੰਤੀ ਵੀ ਉਹਨਾਂ ਦੀ ਬਾਣੀ ਹੈ ਔਰ ਗੋਬਿੰਦ ਗੀਤਾ ਵੀ ਉਹਨਾਂ ਦੀ ਰਚਨਾ ਹੈ। ਮੈਂ ਸੰਗਤਾਂ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਦਸਮ ਪਿਤਾ ਜੀ ਦੇ ਨਾਮ 'ਤੇ ਬਹੁਤ ਰਚਨਾਵਾਂ ਜਿਹੜੀਆਂ ਕਈ ਲਿਖਾਰੀਆਂ ਨੇ, ਕਈ ਕਵੀਆਂ ਨੇ ਪੰਥ ਦੇ ਵਿੱਚ ਲੰਮੇ ਸਮੇਂ ਤੋਂ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ 'ਚੋਂ ਇੱਕ ਸੁੱਖਾ ਸਿੰਘ ਗ੍ਰੰਥੀ ਤਖਤ ਸ੍ਰੀ ਪਟਨਾ ਸਾਹਿਬ ਵਾਲੇ ਨੇ ਵੀ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਉੱਤੇ ਇੱਕ ਸਰੂਪ ਆਪਣੇ ਵੱਲੋਂ ਲਿਖਿਆ। ਉਹਦੇ ਵਿੱਚ ਇੱਥੇ ਬਸ ਨਹੀਂ, ਉਹਨੇ ਜਿੱਥੇ ਬਾਬਾ ਦੀਪ ਸਿੰਘ ਜੀ ਵੱਲੋਂ ਸਰੂਪ ਦੇ ਉਤਾਰੇ ਦੀਆਂ ਬਾਣੀਆਂ ਦਾ ਉਸ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਤਾਰਾ ਕੀਤਾ, ਉੱਥੇ ਉਹਨੇ ਬਹੁਤ ਹੀ ਵਾਧੂ ਰਚਨਾਵਾਂ ਆਪਣੇ ਵੱਲੋਂ ਵੀ ਲਿਖ ਕੇ ਦਰਜ ਕੀਤੀਆਂ ਔਰ ਉਹਨਾਂ ਰਚਨਾਵਾਂ ਨੂੰ ਪੰਥ ਨੇ ਕਦੇ ਪ੍ਰਵਾਨ ਨਹੀਂ ਕੀਤਾ, ਨਾ ਹੀ ਪੰਥ ਐਸੀਆਂ ਰਚਨਾਵਾਂ ਨੂੰ ਕਦੇ ਪ੍ਰਵਾਨ ਕਰ ਸਕਦਾ ਹੈ। ਮੈਂ ਇਹ ਬੇਨਤੀ ਕਰ ਦੇਣੀ ਚਾਹੁੰਦਾ ਕਿ ਚੰਡੀ ਵਾਹਿਗੁਰੂ ਉਗਰਦੰਤੀ ਔਰ ਗੋਬਿੰਦ ਗੀਤਾ ਬ੍ਰਹਮ ਕਵਚ ਇਹ ਤਾਦਿਕ ਜਿੰਨੀਆਂ ਵੀ ਰਚਨਾਵਾਂ ਇਹਨਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਦਮਦਮੀ ਟਕਸਾਲ ਦੇ ਸਿੰਘ ਵਿਦਵਾਨ ਗਿਆਨੀ ਸਿੰਘ ਪੂਰੇ ਖੁਲਾਸੇ ਕਰਨਗੇ, ਸੰਗਤਾਂ ਨੂੰ ਜਾਣਕਾਰੀ ਦੇਣਗੇ। ਔਰ ਦੂਸਰੀ ਗੱਲ, ਜਿਹੜੀ ਗੱਲ ਇਹ ਪ੍ਰਚਲਿਤ ਕੀਤੀ ਜਾ ਰਹੀ ਹੈ ਕਿ ਜੀ ਸਾਰਾ ਪੰਥ ਬੈਠ ਕੇ ਇਹਨਾਂ ਰਚਨਾਵਾਂ ਦੇ ਉੱਤੇ ਨਿਰਣੇ ਪੂਰਵਕ ਫੈਸਲੇ ਲੈਣ ਦਾ ਹੱਕ ਰੱਖਦਾ, ਇਹ ਲੋਕ ਜਾਣ ਬੁੱਝ ਕੇ ਐਸੀਆਂ ਗੱਲਾਂ ਕਰ ਰਹੇ ਹੈ। ਪੰਥ ਨੇ ਦਸਮ ਬਾਣੀ ਉੱਤੇ ਨਿਰਣਾ ਦੇ ਦਿੱਤਾ ਔਰ ਇਹ ਨਿਰਣਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਵੱਲੋਂ ਕਰ ਦਿੱਤਾ ਗਿਆ। ਇਸ ਉੱਤੇ ਕਿਸੇ ਨੂੰ ਵੀ ਕੋਈ ਨੁਕਤਾਚੀਨੀ ਕਰਨ ਦਾ, ਸਵਾਲ ਉਠਾਉਣ ਦਾ ਜਾਂ ਦੁਬਿਧਾ ਪਾਉਣ ਦਾ ਕੋਈ ਅਧਿਕਾਰ ਨਹੀਂ ਦਿੱਤਾ। ਹੁਣ ਮੈਂ ਅਗਲੀ ਗੱਲ ਇਹ ਕਹਿਣੀ ਚਾਹੁੰਦਾ ਕਿ ਦਮਦਮੀ ਟਕਸਾਲ ਵੱਲੋਂ ਪਿਛਲੇ ਦਿਨੀ ਇੱਕ ਗੱਲ ਪ੍ਰਚਲਿਤ ਕੀਤੀ ਗਈ ਕਿ ਦਮਦਮੀ ਟਕਸਾਲ ਵੱਲੋਂ ਛਾਪੇ ਨਿਤਨੇਮ ਦੇ ਗੁਟਕਿਆਂ ਦੇ ਵਿੱਚ ਵੀ ਬ੍ਰਹਮ ਕਵਚ ਛਾਪਿਆ ਗਿਆ ਹੈ। ਸਭ ਤੋਂ ਪਹਿਲਾਂ ਮੈਂ ਇਹ ਗੁਟਕਾ ਜੋ ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ 7 ਬਾਣੀਆਂ ਦਾ ਗੁਟਕਾ ਛਾਪਿਆ ਸੀ ਆਪਣੇ ਸਮੇਂ ਵਿੱਚ, ਔਰ ਉਸੇ ਗੁਟਕੇ ਦਾ ਰੂਪ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਵੱਲੋਂ ਛਪਵਾਇਆ ਗਿਆ ਔਰ ਦਾਸ ਵੀ ਜਥੇ ਵਿੱਚ ਇਹਨਾਂ ਗੁਟਕੇ ਸਾਹਿਬਾਨਾਂ ਤੋਂ ਹੀ ਅਸੀਂ ਸੰਥਿਆ ਔਰ ਨਿਤਨੇਮ ਕਰਦੇ ਰਹੇ ਹਾਂ। ਦਮਦਮੀ ਟਕਸਾਲ ਦੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਔਰ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ, ਇਹਨਾਂ ਮਹਾਂਪੁਰਖਾਂ ਦੇ ਕਾਰਜਕਾਲ ਦੇ ਵਿੱਚ ਕਿਸੇ ਵੀ ਗੁਟਕਾ ਸਹਿਬਾਨ ਦੇ ਵਿੱਚ ਬ੍ਰਹਮ ਕਵਚ ਨਾਮ ਦੀ ਰਚਨਾ ਸ਼ਾਮਲ ਨਹੀਂ ਕੀਤੀ ਗਈ। ਔਰ ਆਹ ਸੁੰਦਰ ਗੁਟਕਾ ਦਮਦਮੀ ਟਕਸਾਲ ਵੱਲੋਂ ਬੇਅੰਤ ਬਾਣੀਆਂ ਦਾ, ਇਸ ਵਿੱਚ ਵੀ ਬ੍ਰਹਮ ਕਵਚ ਦੀ ਜਾਂ ਉਗਰਦੰਤੀ ਦੀ ਕੋਈ ਰਚਨਾ ਸ਼ਾਮਲ ਨਹੀਂ ਕੀਤੀ ਗਈ। ਔਰ ਇਸ ਤੋਂ ਅੱਗੇ ਦੂਸਰਾ ਹੈ ਸੁੰਦਰ ਗੁਟਕਾ, ਇਸ ਵਿੱਚ ਵੀ ਬ੍ਰਹਮ ਕਵਚ ਆਦਿਕ ਰਚਨਾਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਔਰ ਇਸ ਦੇ ਨਾਲ ਹੀ ਇਹ ਗੁਟਕਾ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਵੱਲੋਂ ਛਾਪਿਆ ਹੋਇਆ ਹੈ। ਉਹਨਾਂ ਦੇ ਸਮੇਂ ਵੀ ਇਹਨਾਂ ਗੁਟਕਿਆਂ ਵਿੱਚ ਕੋਈ ਬ੍ਰਹਮ ਕਵਚ ਦਾ ਉਲੇਖ ਨਹੀਂ ਮਿਲਦਾ। ਇਸੇ ਤਰ੍ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਜੋ ਹਜ਼ੂਰੀ ਨਿਤਨੇਮ ਦੇ ਨਾਮ ਨਾਲ ਗੁਟਕੇ ਛਾਪੇ ਗਏ ਹੈ, ਇਹਨਾਂ ਵਿੱਚ ਵੀ ਕੋਈ ਬ੍ਰਹਮ ਕਵਚ ਨਾਮ ਦੀ ਰਚਨਾ ਦਾ ਉਲੇਖ ਦਰਜ ਨਹੀਂ ਹੈ। ਅਮਰੀਕ ਸਿੰਘ ਅਜਨਾਲੇ ਵੱਲੋਂ, ਜਿਹਦਾ ਇਹ ਸੁਭਾਅ ਹੈ ਕਿ ਹਰ ਸਮੇਂ ਘਟੀਆ ਕਿਸਮ ਦੀ ਔਰ ਹੋਛੀ ਕਿਸਮ ਦੀ ਬਿਆਨਬਾਜ਼ੀ ਕਰਦਾ ਰਹਿੰਦਾ, ਔਰ ਉਸ ਨੇ ਬ੍ਰਹਮ ਕਵਚ ਉੱਤੇ ਵੀ ਬਿਆਨਬਾਜ਼ੀ ਕੀਤੀ ਹੈ। ਉਸ ਵਿਅਕਤੀ ਨੂੰ ਇੰਨਾ ਗਿਆਨ ਹੀ ਨਹੀਂ ਕਿ ਇਹ ਜਿਹੜੀ ਬ੍ਰਹਮ ਕਵਚ ਦੀ ਰਚਨਾ ਹੈ ਇਹ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਬਿਲਕੁਲ ਨਹੀਂ ਹੈ।
और इस नूं कदे भी प्रवान नहीं किया जा सकता। और दमदमी टकसाल के नाम ते गुटके छाप के उन्हां विच ब्रह्म कवच लिख देना, ये बिल्कुल दसम पिता जी की बाणी की घोर बेअदबी है और ये मनमत कही जा सकती है और ये हठ धर्मी की हुई है कुछ व्यक्तियों ने। मैं ये गल कह देनी चाहुंदा कि ब्रह्म कवच नाम की रचना जिहड़ी है दमदमी टकसाल दे किसी भी मूल स्रोत विच, पोथियां विच, गुटकियां दे विच इस दा कोई वर्णन, कोई जिक्र नहीं किया होया। ना ही ब्रह्म कवच जथे दे विच ਸਿੰਘਾਂ ਨੂੰ कोई दी विशेष संथ्या पहले समय विच करवाई जाती रही। अज भी पुराने सिंह मौजूद है, ना संत बाबा गुरबचन सिंह जी वेले, ना संत बाबा करतार सिंह जी वेले, ना संत बाबा जरनैल सिंह जी वेले, ना संत बाबा ठाकुर सिंह जी वेले। अपनी मर्जी नाल कोई जिन्नियां मर्जी रचनावां पढ़े, सानू किसे ते कोई इतराज़ नहीं। पर जिहड़ा व्यक्ति धन गुरु गोबिंद सिंह साहब जी के नाम नाल बाहरलियां रचनावां नूं जोड़न दा यतन करेगा जां उन्हां रचनावां दे बराबर वाधू रचनावां नूं शामिल करन वास्ते कोई किसी तरह की हिमाकत करेगा, उस नूं दमदमी टकसाल कतई भी प्रवानगी नहीं देगी। और ऐसियां गल्लां दे उत्ते पंथक निर्णयां दी गल करनी ये बहुत होछापन है। इहो जे समय दे विच पंथक निर्णय दसो बाहरलियां रचनावां दे उत्ते कीते जाणगे, पंथ ऐसियां गल्लां नूं कदे भी प्रवान नहीं करदा। और मैं ये गल भी स्पष्ट कर देनी चाहुंदा, दमदमी टकसाल वालों केवल इक्को एक साडा गुरमत साहित सदन अदारा श्री अमृतसर साहिब है, जिस द्वारा दमदमी टकसाल वालों प्रकाशित सारी गुरबाणी दीयां पोथियां, नितनेम दे गुटके, जिन्ना भी लिटरेचर है सारा छाप के संगतां दे विच दिता जांदा। और 31 नंबर वाला सुखदेव सिंह नागो के उस वालों पिछले लंबे समय तो ये कुछ किया जा रहा कि वो दमदमी टकसाल के नाम ते जिन्ना लिटरेचर छाप के संगतां नूं गुमराह कर रहा। और उहदे नाल होर भी कुछ व्यक्ति हैगे है जिन्हां ने 1-2 दुकानां उत्थे खोल के रखियां हुईयां। इन्हां व्यक्तियों बारे मैं देश विदेश दीयां संगतां नूं स्पष्ट कर देना चाहुंदा, ये दमदमी टकसाल वालों कदे भी दमदमी टकसाल जथा भंडरा मेहता वालों ये कोई मानता प्राप्त लोग नहीं हैं। ना इन्हां वालों इन्हां दीयां दुकानां ते छापिया जांदा अपनी मर्जी नाल लिटरेचर, वो दमदमी टकसाल वालों प्रकाशित ना समझिया जाए। संगतां देश विदेश दीयां संगतां सुचेत रहन, क्योंकि अज ये दमदमी टकसाल के नाम ते ब्रह्म कवच छाप के संगतां विच गलत प्रचलित कर रहे हैं नितनेम के गुटकियां विच। कल नूं ये लोग दमदमी टकसाल के नाम ते होर भी रचनावां छाप के संगतां दे विच बहुत वड्डा भरम भुलेखा पैदा कर सकते हैं। इसलिए मैं तां संगतां विच स्पष्ट करन वास्ते बेनती करन लई हाज़र होया। संगतां इन्हां बेनतियां नूं प्रवान करन। जिस किसी ने भी कोई विचार करनी है दमदमी टकसाल के विद्वानां नाल बैठ के विचार कर सकदा। और असी इस गल ते अटल और दृढ़ विश्वास रखते हैं और इसे गल दे उत्ते असी निर्णय पूर्वक फैसला किया होया कि दसम पिता जी की जो बाणी दसम दियां बीड़ां दे विच मौजूद है जां सैंचियां दे विच मौजूद है, जिन्हों पंथ ने पूर्ण रूप दे विच प्रवान कर लिया, उसे उत्ते अटल ते अडोल पहरा दिता जाएगा। एक गल मैं होर कह दियां आप संगतां दे विच कि कई लोग ये गल कहण दा भी यतन कर रहे हैं जी जिहड़ियां बाणियां श्री गुरु ग्रंथ साहब जी दे विच नहीं कि उन्हां नूं बाणियां ना मन्नीए जिहड़ियां बाहर लिखियां होईयां। मैं उन्हां नूं सिनम्र बेनती करदा कि जिन्नियां बाणियां सतगुरु गुरु अर्जन देव जी ने भाई गुरदास जी तो लिखवाइयां, जिन्नी बाणी धन गुरु गोबिंद सिंह साहब जी ने तख्त श्री दमदमा साहिब धन भाई मनी सिंह जी तो धन बाबा दीप सिंह जी तो श्री गुरु ग्रंथ साहिब जी दे विच दर्ज कराई और उसे दमदमी स्वरूप नूं सतगुरां ने गुरता गद्दी दा तख्त बख्शिश कीता। उसे बाणी नूं गुरु की बाणी अते अकाली बाणी मन्निया जांदा। उस तो बाहरलियां रचनावां नूं गुरु की बाणी नहीं तस्लीम किया जांदा। आवहो सिख सतगुरु के प्यारे हो गावहो सच्ची बाणी, बाणी तो गावहो गुरु केरी बाणियां सिरबाणी। इसे ही तरह दसम के स्वरूपों विच भी जिन्हां स्वरूपों दे विच पंथ ने श्री अकाल तख्त साहब दे उत्ते बैठ के 1897 दे विच पूरा निर्णय कर दिता और उसे निर्णय नूं दमदमी टकसाल ते पंथ ने प्रवान किया होया।
ਉਹਨਾਂ ਸਰੂਪਾਂ ਤੋਂ, ਉਹਨਾਂ ਪੋਥੀਆਂ ਤੋਂ ਇਲਾਵਾ ਜਿਹੜੀ ਵਾਧੂ ਦੀ ਰਚਨਾ ਉਹ ਦਸ਼ਮੇਸ਼ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਕਤਈ ਨਹੀਂ ਹੋ ਸਕਦੀ। ਔਰ ਅਸੀਂ ਉਸ ਰਚਨਾ ਨੂੰ ਕਦੇ ਵੀ ਦਸਮ ਬਾਣੀ ਦਾ ਹਿੱਸਾ ਨਹੀਂ ਬਣ ਦਿਆਂਗੇ। ਇਹ ਦਾਸ ਦੀਆਂ ਬੇਨਤੀਆਂ ਸਭ ਨੇ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ